7ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਤੁਹਾਡੀ ਮੈਥ ਵਿਸ਼ੇ ਦੀ ਤਿਆਰੀ ਵਾਸਤੇ ਅਧਿਆਇ 5 ਰੇਖਾਵਾਂ ਅਤੇ ਕੋਣ, ਜਿਸ ਦੇ ਵਿੱਚ 1-1 ਨੰਬਰ ਵਾਲੇ 4 ਸਵਾਲ ਤੇ 2 ਨੰਬਰ ਵਾਲਾ 1 ਸਵਾਲ ਤੁਹਾਨੂੰ ਪੇਪਰ ਵਿੱਚ ਆਉਣਾ ਹੈ। ਮਤਲਬ 6 ਨੰਬਰ ਦਾ ਚੈਪਟਰ ਆਉਣਾ ਹੈ। ਇਸ ਸਿੰਗਲ ਇੱਕ ਵੀਡੀਓ ਦੇ ਵਿੱਚ ਸਾਰਾ ਚੈਪਟਰ ਸਮਝਾਊਂਗਾ ਤੁਹਾਨੂੰ। ਬਹੁਤ ਹੀ ਸਿੰਪਲ, ਬਹੁਤ ਹੀ ਘੱਟ ਕੁਐਸਚਨਾਂ ਦੇ ਵਿੱਚ, ਤੇ ਉਮੀਦ ਹੈ ਪੂਰੀ ਇਹਨਾਂ ਦੇ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਆਏਗਾ। ਸਭ ਤੋਂ ਪਹਿਲਾਂ ਅਸੀਂ 1-1 ਨੰਬਰ ਵਾਲੇ ਕੁਐਸਚਨ ਸ਼ੁਰੂ ਕਰਨੇ ਨੇ, ਲੇਕਿਨ ਇਹਨਾਂ ਨੂੰ ਕਰਾਉਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਪਹਿਲਾਂ ਥੋੜ੍ਹੀ ਜਿਹੀ ਨੌਲੇਜ ਰੱਖੋ ਇਸ ਚੈਪਟਰ ਦੀ, ਕਿ ਤੁਹਾਡੇ ਕੋਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਚੈਪਟਰ ਦੇ ਵਿੱਚ ਗੱਲ ਕਿਹਦੀ ਹੋ ਰਹੀ ਹੈ, ਤੇ ਉਹ ਮੈਂ ਦੱਸਣਾ ਚਾਹੂੰਗਾ। ਧਿਆਨ ਨਾਲ ਦੇਖਿਓ। ਸਭ ਤੋਂ ਪਹਿਲਾਂ ਬੇਟਾ ਇਸ ਚੈਪਟਰ 'ਚ ਗੱਲ ਹੁੰਦੀ ਹੈ ਪੂਰਕ ਕੋਣ ਦੀ। ਕੰਪਲੀਮੈਂਟਰੀ ਐਂਗਲਸ ਬੋਲਦੇ ਜਿਹਨੂੰ ਆਪਾਂ। ਪੂਰਕ ਕੋਣ ਉਹ ਕੋਣ ਹੁੰਦੇ ਨੇ ਬੇਟਾ ਜਿਨ੍ਹਾਂ ਦਾ ਜੋੜ 90 ਹੁੰਦਾ ਹੈ, ਜਿਵੇਂ ਇੱਕ 40 ਤੇ ਇੱਕ 50, ਜਿਨ੍ਹਾਂ ਦਾ ਜੋੜ ਹਮੇਸ਼ਾ ਕਿੰਨਾ ਹੁੰਦਾ ਹੈ 90 ਡਿਗਰੀ, ਉਹਨੂੰ ਕਹਿੰਦੇ ਪੂਰਕ ਕੋਣ। ਜੇ ਕੋਈ ਤੁਹਾਨੂੰ ਪੁੱਛੇ 40 ਦਾ ਪੂਰਕ ਕੋਣ ਕਿੰਨਾ ਹੈ, ਤਾਂ ਤੁਸੀਂ 90 ਚੋਂ ਘਟਾ ਕੇ ਦੱਸਣਾ 50। ਮਤਲਬ ਕਿਸੇ ਇੱਕ ਕੋਣ ਨੂੰ ਦਿੱਤਾ ਹੋਵੇ ਤੇ ਉਸ ਦਾ ਪੂਰਕ ਕੋਣ ਕੱਢਣਾ ਹੋਵੇ ਤਾਂ ਤੁਸੀਂ ਉਹਨੂੰ 90 ਚੋਂ ਘਟਾਉਣਾ ਹੈ, ਤੇ ਕਿੰਨਾ ਆ ਗਿਆ 27। ਤੇ 63 ਦਾ ਪੂਰਕ ਕੋਣ ਕਿੰਨਾ ਹੁੰਦਾ ਹੈ 27 ਹੁੰਦਾ ਹੈ। ਤੇ ਜੇ ਕੋਈ ਤੁਹਾਨੂੰ ਇਹ ਪੁੱਛੇਗਾ ਕਿ ਦੱਸੋ ਇਹ ਜੋੜਾ ਪੂਰਕ ਕੋਣ ਹੈ ਕਿ ਨਹੀਂ ਹੈ, ਤੇ ਫਿਰ ਤੁਸੀਂ ਜੋੜ ਕੇ ਦੇਖੋ 90 ਆ ਰਿਹਾ ਤੇ ਪੂਰਕ ਕੋਣ ਦਾ ਜੋੜਾ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਇਸੇ ਤਰ੍ਹਾਂ ਹੀ ਸੰਪੂਰਕ ਦੀ ਗੱਲ ਕਰੀਏ ਤੇ ਸੰਪੂਰਕ ਕੋਣਾਂ ਦਾ ਬੇਟਾ ਜੋੜ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ 180। ਕੋਈ ਵੀ ਦੋ ਕੋਣ ਲੈ ਸਕਦੇ ਹੋ, ਕੋਈ ਵੀ ਦੋ, ਪਰ ਉਹਨਾਂ ਦਾ ਜੋੜ ਹਮੇਸ਼ਾ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ 180 ਦੇ ਬਰਾਬਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਵੀ ਇਸੇ ਤਰ੍ਹਾਂ ਕਿ ਜੇਕਰ ਤੁਹਾਨੂੰ ਕੋਈ ਇੱਕ ਸੰਪੂਰਕ ਕੋਣ ਕੱਢਣ ਲਈ ਕਿਹਾ ਜਾਵੇ 105 ਦਾ ਸੰਪੂਰਕ ਕੋਣ ਕਿੱਦਾਂ ਪਤਾ ਕਰਨਾ, 180 ਚੋਂ ਘਟਾ ਕੇ ਕਿੰਨਾ ਆ 75, ਤੇ 105 ਦਾ ਸੰਪੂਰਕ ਕੋਣ ਪਤਾ ਕਰਨਾ ਹੋਵੇ ਤਾਂ ਉਹਨੂੰ 180 ਚੋਂ ਘਟਾ ਕੇ ਜੋ ਆਨਸਰ ਆਏਗਾ ਉਹ ਦੱਸਿਆ ਜਾਂਦਾ ਹੈ। ਤੇ ਹੁਣ ਉਮੀਦ ਹੈ ਪੂਰਕ ਤੇ ਸੰਪੂਰਕ ਪਤਾ ਲੱਗ ਗਏ। ਪੂਰਕ ਕੋਣ ਜਿਨ੍ਹਾਂ ਦਾ ਜੋੜ 90, ਸੰਪੂਰਕ ਕੋਣ ਜਿਨ੍ਹਾਂ ਦਾ ਜੋੜ 180। ਫਿਰ 4 ਗੱਲਾਂ ਧਿਆਨ ਨਾਲ ਦੇਖਣੀਆਂ। ਜਦੋਂ ਕੋਈ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਬੇਟਾ, ਤਾਂ ਆਮਣੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ। x y ਦੇ ਬਰਾਬਰ ਹੈ, ਆਹ ਵਾਲਾ ਕੋਣ ਇਹਦੇ ਬਰਾਬਰ ਹੈ, ਆਮਣੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ। ਉਹਦਾ ਕਾਰਨ ਹੁੰਦਾ ਹੈ ਸ਼ਿਖਰ ਸਨਮੁਖ ਕੋਣ ਜਾਂ ਵਰਟੀਕਲੀ ਆਪੋਜ਼ਿਟ ਐਂਗਲ। ਯਾਦ ਰਹੂਗਾ। ਇਸੇ ਤਰ੍ਹਾਂ ਦੋ ਸਮਾਂਤਰ ਰੇਖਾਵਾਂ ਨੂੰ ਕੋਈ ਕਾਟਵੀਂ ਰੇਖਾ ਕੱਟਦੀ ਹੈ ਤਾਂ ਉਹਦੇ ਵਿੱਚ ਇੱਕ ਜ਼ੈਡ ਬਣਦਾ। ਦੇਖੋ ਬਣ ਰਿਹਾ ਜ਼ੈਡ। ਇਹ ਜ਼ੈਡ ਸਿੱਧਾ ਵੀ ਹੋ ਸਕਦਾ ਹੈ ਤੇ ਪੁੱਠਾ ਵੀ ਹੋ ਸਕਦਾ ਹੈ। ਤੇ ਜ਼ੈਡ ਦੇ ਕਾਰਨਰ ਵਾਲੇ ਐਂਗਲ ਜਿਹੜੇ ਆ ਦੇਖੋ, ਜਿੱਦਾਂ x ਹੈ ਤੇ ਜੇ y ਹੈ, ਇਹ ਹਮੇਸ਼ਾ ਬਰਾਬਰ ਹੁੰਦੇ ਬੇਟਾ। x ਤੇ y ਹਮੇਸ਼ਾ ਕੀ ਹੁੰਦੇ ਨੇ ਬਰਾਬਰ। ਜ਼ੈਡ ਦੇ ਕਾਰਨਰ ਵਾਲੇ ਐਂਗਲ ਹਮੇਸ਼ਾ ਬਰਾਬਰ ਰੱਖਣੇ ਨੇ। ਲੇਕਿਨ ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਕੋਈ ਕਾਟਵੀਂ ਰੇਖਾ ਕੱਟ ਕੇ ਜਾਂਦੀ ਹੈ ਤਾਂ C ਵੀ ਬਣਦਾ। ਦੇਖੋ ਆਹ C, ਇੱਦਾਂ ਵੀ C ਬਣ ਸਕਦਾ ਹੈ। ਤੇ ਇਹਨਾਂ ਦਾ ਜੋੜ, ਇਹਨੂੰ ਮੰਨ ਲਈਏ x, ਇਹਨੂੰ ਮੰਨ ਲਈਏ y, ਤੇ ਇਹ ਬਰਾਬਰ ਨਹੀਂ ਹੁੰਦੇ। ਇਹਨਾਂ ਦਾ ਜੋੜ 180 ਹੁੰਦਾ ਹੈ। ਗੱਲ ਧਿਆਨ ਰੱਖਿਓ। ਇੱਧਰ ਬਰਾਬਰ ਹੁੰਦੇ ਨੇ ਇਕਾਂਤਰ ਕੋਣ ਆਲਟਰਨੇਟ ਐਂਗਲਸ, ਇੱਧਰ ਵੀ ਬਰਾਬਰ ਹੁੰਦੇ ਨੇ ਸ਼ਿਖਰ ਸਨਮੁਖ ਕੋਣ ਵਰਟੀਕਲੀ ਆਪੋਜ਼ਿਟ ਐਂਗਲ, ਲੇਕਿਨ ਇੱਧਰ C ਵਾਲੇ 'ਚ ਬਰਾਬਰ ਨਹੀਂ ਹੁੰਦੇ, ਜੋੜ 180 ਹੁੰਦਾ। ਤੇ ਇਸੇ ਤਰ੍ਹਾਂ ਦੇਖੋ ਆਹ ਇੱਕ ਸਿੱਧੀ ਲਾਈਨ ਹੈ, ਤੇ ਉੱਪਰ ਜੇ ਕੋਈ ਇੱਕ ਲਾਈਨ ਆ ਜਾਵੇ ਤੇ ਉਹਨਾਂ ਦਾ ਜੋੜ, ਦੋ ਕੋਣਾਂ ਦਾ ਜੋੜ ਵੀ ਕਿੰਨਾ ਹੁੰਦਾ 180। ਇਹਨੂੰ ਕਹਿੰਦੇ ਰੇਖੀ ਜੋੜਾ। ਇਹਨੂੰ ਸਮਾਂਤਰ ਰੇਖਾਵਾਂ ਤੇ ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ ਕੋਣ, ਕੋਈ ਇੰਟੀਰੀਅਰ ਐਂਗਲਸ ਵੀ ਬੋਲ ਸਕਦੇ ਹਾਂ। ਇਹ 4 ਗੱਲਾਂ ਨਹੀਂ ਭੁੱਲਦੀਆਂ ਬੇਟਾ। ਜੇ 4 ਗੱਲਾਂ ਯਾਦ ਹੈ ਤਾਂ ਫਿਰ ਆਪਾਂ ਪੂਰੇ ਚੈਪਟਰ ਨੂੰ ਕੰਪਲੀਟ ਕਰ ਸਕਦੇ ਹਾਂ। ਹੁਣ ਆਪਾਂ ਆਪਣੇ ਕੁਐਸਚਨ ਸ਼ੁਰੂ ਕਰਨ ਲੱਗੇ ਹਾਂ। ਧਿਆਨ ਨਾਲ ਦੇਖਿਓ। ਪਹਿਲੇ 1 ਨੰਬਰ ਵਾਲਾ ਕਰਾਂਗੇ, ਫਿਰ 2 ਨੰਬਰ ਵਾਲੇ ਕਰਾਂਗੇ। ਚਲੋ ਜੀ ਹੁਣ ਸ਼ੁਰੂ ਕਰਦੇ ਹਾਂ। ਦੇਖੋ ਬੇਟਾ 1-1 ਨੰਬਰ ਵਾਲੇ ਸਵਾਲ ਸ਼ੁਰੂ ਕਰਨ ਲੱਗੇ। ਜੇਕਰ ਦੋ ਕੋਣ ਪੂਰਕ ਹੋਣ ਤਾਂ ਉਹਨਾਂ ਦਾ ਜੋੜ ਕਿੰਨਾ ਹੁੰਦਾ ਹੈ। ਹੁਣੇ ਦੱਸਿਆ ਸੀ ਬੇਟਾ ਤੁਹਾਨੂੰ, ਹੁਣੇ ਕੀਤਾ ਸੀ ਬੇਟਾ ਕਿ ਪੂਰਕ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 90। ਵੈਰੀ ਗੁੱਡ, ਬਿਲਕੁਲ ਸਹੀ ਆਨਸਰ ਤੁਸੀਂ ਦਿੱਤਾ ਹੈ। ਇਫ ਟੂ ਐਂਗਲਸ ਆਰ ਕੰਪਲੀਮੈਂਟਰੀ ਦੈਨ ਸਮ ਆਫ देयर ਮੈਜ਼ਰ ਇਜ਼ 90। ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਪਹਿਲਾ ਕੁਐਸਚਨ ਕੰਪਲੀਟ ਹੋ ਚੁੱਕਾ ਹੈ। ਹੁਣ ਆਪਾਂ ਦੂਜੇ ਕੁਐਸਚਨ ਵਿੱਚ ਚੱਲਦੇ ਹਾਂ। ਦੋ ਕੋਣਾਂ ਨੂੰ ਡੈਸ਼ ਕੋਣ ਕਹਿੰਦੇ ਹਨ ਜੇਕਰ ਉਹਨਾਂ ਦਾ ਜੋੜ 180 ਹੋਵੇ। ਹੁਣੇ ਕੀਤਾ ਸੀ ਬੇਟਾ ਕਿ ਦੋ ਐਂਗਲਸ ਨੂੰ ਕੀ ਕਵਾਂਗੇ ਜੇ ਉਹਨਾਂ ਦਾ ਸਮ 180 ਹੋਵੇ, ਸੰਪੂਰਕ। ਵੈਰੀ ਗੁੱਡ। ਕੰਪਲੀਮੈਂਟਰੀ ਨਹੀਂ, ਸਪਲੀਮੈਂਟਰੀ ਹੁੰਦਾ ਸੰਪੂਰਕ ਬੇਟਾ। ਇੱਥੇ ਲਿਖਾਂਗੇ ਸੰਪੂਰਕ, ਸਪਲੀਮੈਂਟਰੀ। ਆਪਸ਼ਨ ਦੇ ਵਿੱਚ ਟਿਕ ਵੀ ਕਰ ਸਕਦੇ ਹੋ। ਠੀਕ ਹੈ ਜੀ ਬੇਟਾ। ਤੀਜਾ ਕੁਐਸਚਨ, ਜੇਕਰ ਦੋ ਲਾਗਵੇਂ ਕੋਣ ਕਿਹੜੇ ਹੁੰਦੇ ਨੇ ਬੇਟਾ, ਜਿਹੜੇ ਨਾਲ ਲੱਗਦੇ ਹੁੰਦੇ ਨੇ, ਸੰਪੂਰਕ ਹਨ। ਮਤਲਬ ਜੇ ਦੋ ਕੋਣਾਂ ਦਾ ਜੋੜ 180 ਆ ਜਾਏ ਤੇ ਉਹ ਲਾਗਵੇਂ ਨੇ, ਤੇ ਫਿਰ ਉਹ ਡੈਸ਼ ਬਣਾਉਂਦੇ ਹਨ। ਸਮਕੋਣ ਬਣਾਉਣਗੇ? ਨਹੀਂ ਬਈ, ਇਹ ਤਾਂ ਜੋੜ ਕਰਕੇ 180 ਆ ਰਿਹਾ।
शिखर सन्मुख ने रेखी जोड़ा बनाउणगे। हुणे दस्सिया सी तुहानूं कि एक सीधी लाइन होवे ते उन्हां दे उपरले दो कोणां दा जोड़ 180 हुंदा है। कदों? जदों वो रेखी जोड़ा बनाउंदे हन। रेखी जोड़ा। ठीक है बेटा जी, उम्मीद है समझ आ रही है तुहानूं। तीजा क्वेश्चन क्लीयर हो गया। चौथे क्वेश्चन पर चलते हैं। जेकर दो रेखावां एक बिंदु ते कटदियां हन तां शिखर सन्मुख कोण हमेशा डैश हुंदे हन। इफ टू लाइन्स इंटरसैक्ट एट अ पॉइंट द वर्टिकली ओपोजिट एंगल्स आर इक्वल। हुणे दस्सिया सी ना कि जदों दो रेखावां आपस विच कटदियां ने तां आमने सामने वाले कोण बराबर हुंदे हन। ते इत्थे की लिखोगे तुसीं? बराबर। मतलब ए ऑप्शन साडा सही होएगा। चौथा क्वेश्चन भी कंप्लीट। पंजवें क्वेश्चन में चलते हैं। लो जी, ਹੁਣ कहता पूरक कोणां ਦਾ ਜੋੜਾ ਕਿਹੜਾ ਹੈ। ਤੁਹਾਨੂੰ ਦੱਸਿਆ ਸੀ ਪੂਰਕ ਕੋਣ ਉਹ ਕੋਣ ਹੁੰਦੇ ਨੇ ਕੰਪਲੀਮੈਂਟਰੀ ਐਂਗਲ ਜਿਨ੍ਹਾਂ ਦਾ ਜੋੜ 90 ਡਿਗਰੀ ਹੁੰਦਾ ਹੈ। ਚੈੱਕ ਕਰੀਏ, ਇਹਨਾਂ ਨੂੰ ਜੋੜ ਕੇ 180 ਆ ਰਿਹਾ। ਨਹੀਂ ਜੀ, ਇਹ ਨਹੀਂ ਹੋ ਸਕਦਾ। ਇਹਨੂੰ ਜੋੜੋ 55 ਦੇ ਵਿੱਚ 35 ਜੋੜ ਕੇ ਦੇਖਦੇ ਹਾਂ ਆਪਾਂ, ਇਹ 90 ਆ ਗਿਆ। ਇਹਦਾ ਮਤਲਬ ਇਹੀ ਸਾਡਾ ਰਾਈਟ ਆਨਸਰ ਹੈ। ਅੱਗੇ ਜਾਣ ਦੀ ਲੋੜ ਹੀ ਨਹੀਂ ਹੈ। ਪੰਜਵੇਂ ਕੁਐਸਚਨ ਦੇ ਵਿੱਚ ਪੁੱਛ ਰਿਹਾ ਕਿ ਪੂਰਕ ਕੋਣਾਂ ਦਾ ਜੋੜਾ ਕਿਹੜਾ ਹੈ। पूरक कोणां दा जोड़ा उही जोड़ा हो सकता है जिन्हां दा जोड़ 90 डिग्री होवे। अगे नहीं होना बेटा। देखो तो चैक कर लो, ये 100 बन रहा है तो ये 80 बन रहा है। सिर्फ इक्को ही जोड़ा मिले तुहानूं जिन्हां दा जोड़ 90 डिग्री है। 5 क्वेश्चन कंप्लीट हो चुके हैं। 6वें क्वेश्चन पर चलते हैं। 6वें क्वेश्चन कहता है कि हेठां विचों संपूरक कोणां दा जोड़ा किहड़ा है। हुण वही गल आ गई ना, विच ऑफ द फॉलोइंग इज पेयर ऑफ सप्लीमेंटरी एंगल जिन्हां दा जोड़ की होएगा 180 होएगा। ਹੁਣ ਦੇਖੋ ਪਹਿਲੇ ਵਾਲੇ ਖਾਨੇ 'ਚ ਇਹਨੂੰ ਜੋੜ ਕੀਤਾ ਤਾਂ 115 ਦੇ ਵਿੱਚ ਜਦੋਂ 55 ਜੋੜੇ ਤੇ ਇਹ ਬਣ ਰਿਹਾ ਜੀ 170। ਇਹ ਨਹੀਂ ਹੋ ਸਕਦਾ। ਇਹਨੂੰ ਜੋੜ ਕੀਤਾ 65 ਥੱਲੇ 65 ਲਿਖ ਕੇ ਜੋੜ ਕਰੋ, 0 ਉੱਪਰ 1 9 190। ਇਹ ਵੀ ਨਹੀਂ ਹੋ ਸਕਦਾ। 47 ਨੂੰ ਜੋੜਿਆ ਤਾਂ ਆ ਗਿਆ ਜੀ 0 8 1 180 ਆ ਗਿਆ। ਬਿਲਕੁਲ ਠੀਕ, ਸੀ ਆਪਸ਼ਨ ਤੁਹਾਡਾ ਆਨਸਰ ਹੋਏਗਾ ਕਿਉਂਕਿ ਸੰਪੂਰਕ ਕੋਣਾ ਉਹ ਕੋਣ ਹੁੰਦੇ ਨੇ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਯਾਦ ਰੱਖਣਾ, ਸਮਪੂਰਕ ਜਿੱਥੇ ਕੱਲਾ ਪੂਰਕ ਹੈ ਉਹ 90 ਹੈ, ਜਦੋਂ ਸਮ ਲੱਗ ਗਿਆ ਨਾਲ तो वड्डा हो गया तो पूरक संपूरक ही बन जाता है 180 डिग्री बन जाता है। 7वें क्वेश्चन च कहता है जेकर रेखी जोड़े का एक कोण न्यून कोण होवे। देखो आ हुंदा रेखी जोड़ा, दस्सिया सी तुहानूं एक सीधी लाइन ते उपर एक लाइन। जे एक कोण न्यून होवे, वो कह रहा है एक कोण न्यून होवे तो दूजा कितना हुंदा है बेटा। याद रखियो दूजा अधिक हुंदा है। एक कोण एक्यूट होवे तो दूजा ऑबट्यूस हुंदा है। याद रखना है रेखी जोड़ा का जे एक कोण न्यून है तो दूजे नूं अधिक होना पैना, क्योंकि न्यून कोण 90 तो छोटा तो दूजा 90 तो वड्डा होएगा। इस करके किहड़ा आंसर आया जी? ऑबट्यूस अधिक कोण होएगा। इफ वन एंगल ऑफ लीनियर पेयर इज एक्यूट दैन द अदर विल बी ऑबट्यूस। 7 क्वेश्चन कंप्लीट हो चुके हैं। 8वें कोल चलते हैं। समांतर रेखावां केवल एक बिंदु ते ही कटदियां हन। बेटा समांतर रेखावां तो कदे आपस च कटदियां ही नहीं है ना, ये तो कदे भी नहीं मिलदियां। इस करके तो आपां एग्जाम्पल दिंदे लेट दी पटरी या कुछ होर, एक बेंच दे दो सिरे आमने सामने वाले। इस करके गलत बोल रहा है, रेखावां कदे भी नहीं कटदियां। पहले लाइन्स इंटरसैक्ट एट 1 9 गलत। कोण 1 ते कोण 2 रेखी जोड़ा बनाते हैं। बिल्कुल सही, तुहानूं दस्सिया सी ना आ वाली एक रेखी जोड़ा बनाते हैं कोण 1 ते कोण 2 जिन्हों आपां लीनियर पेयर बोलते हैं। बिल्कुल सही जवाब दे रहा, वो क्वेश्चन सही है। 10वें क्वेश्चन देखो 53 डिग्री का पूरक कोण दसो। तुहानूं दस्सिया सी ना 53 का पूरक कोण वही होएगा जिहड़ा 53 दे नाल मिल के 90 बनाएगा। 53 नाल 43 जोड़ के देखे तो आया 96। नहीं हो सकता, ये तो बहुत ही वड्डा आ जाएगा। आ देखो 37, 53 ते 37 मिल के 90 बना रहे हैं। इस करके 10वें क्वेश्चन का आंसर तुहाडा सी भाग आ गया। ये मैं तुहानूं एक नंबर वाले बहुत ही थोड़े जे क्वेश्चन दिते ने ताकि तुसीं तैयारी भी कर सको। इन्हां 10 क्वेश्चनों नूं अच्छी तरह तैयार करन नाल मैं पूरी आस करदा है कि तुहाडे पेपर दे विच इन्हां 10 क्वेश्चनों दे विचों ही कोई ना कोई क्वेश्चन रलदा मिलदा आएगा। हुण आपां करांगे 2 नंबर वाले क्वेश्चनों की तैयारी। बहुत ही सिंपल, बहुत ही सौखे ते बहुत ही घट क्वेश्चनों दे विच ध्यान नाल देखियो। लो जी बेटा 2 नंबर वाले क्वेश्चन स्टार्ट करते हैं। पहला क्वेश्चन तुहाडे सामने है, कहते 2 पूरक कोण 4:5 विच हन तो कोण पता करो। द कॉम्पलीमेंटरी एंगल्स आर इन रेशो 4:5 फाइंड द एंगल्स। पहले मेरी गल ध्यान नाल सुननी है। इत्थे पूरक कोण की गल हो रही है तो कोण दिते ने 4:5। जदों भी कोई कोण अनुपात विच दिता हुंदा है या कोई भी चीज़ अनुपात विच दिती हुंदी है तो आपां उन्हां अनुपातां नूं, जिद्दां 4:5 है ना, ਆਪਾਂ उस अनुपात ਨੂੰ x ਨਾਲ गुणा करके तोड़ते हैं। मतलब पहला कोण कितना होएगा 4x तो दूजा कोण कितना होएगा 5x। इस गल का ध्यान रखियो, कदे भी कोई चीज़ अनुपात विच दिती होवे, अनुपात हटाने का तरीका की है, अनुपात हटा के दोनों दे नाल x या कोई भी इंग्लिश का एक सेम अखर रखना है। हुण एक क्योंकि ये दोने कोण किहड़े ने
ਪੂਰਕ ਕੋਣ ਨੇ, ਇਸ ਕਰਕੇ ਇਹਨਾਂ ਦਾ ਜੋੜ ਕਿੰਨਾ ਹੋਏਗਾ, 4x ਤੇ 5x ਦਾ ਜੋੜ ਕਿੰਨਾ ਹੋਏਗਾ, ਵੈਰੀ ਗੁੱਡ 90 ਹੋਏਗਾ, ਕਿਉਂਕਿ ਪੂਰਕ ਕੋਣਾਂ ਦਾ ਜੋੜ 90 ਹੁੰਦਾ ਆ। ਹੁਣ ਇਹਨੂੰ ਜੋੜ ਕੀਤਾ, 4x ਦੇ ਵਿੱਚ 5x ਜੋੜੇ ਤਾਂ ਆ ਗਿਆ ਸਾਡੇ ਕੋਲ 9x, ਬਰਾਬਰ ਕਿਹਦੇ ਰੱਖਿਆ, 90 ਦੇ। ਹੁਣ x ਦੇ ਨਾਲ 9 ਗੁਣਾ ਕਰ ਰਿਹਾ ਤਾਂ ਉੱਥੇ ਜਾ ਕੇ ਕੀ ਕਰੇਗਾ, ਭਾਗ ਕਰੇਗਾ, ਤਾਂ 90/9 ਕਟਿੰਗ ਕੀਤੀ, ਭਾਗ ਕੀਤੀ ਤਾਂ x ਆ ਗਿਆ ਸਾਡੇ ਕੋਲ ਕਿੰਨਾ, 10 ਆ ਗਿਆ। ਜਿਵੇਂ ਹੀ x 10 ਆਇਆ ਅਸੀਂ ਵਾਪਸ ਪਹੁੰਚ ਗਏ, ਕਿਉਂਕਿ ਅਸੀਂ ਦੋ ਕੋਣ ਮੰਨੇ ਕਿਹੜੇ ਸੀਗੇ, ਇੱਕ 4x ਮੰਨਿਆ ਸੀਗਾ ਤੇ ਇੱਕ 5x ਮੰਨਿਆ ਸੀਗਾ, ਹੈ ਨਾ। ਤੇ x ਹੈ ਸਾਡੇ ਕੋਲ 10 ਤੇ ਇਹ ਬਣ ਗਿਆ 4 ਗੁਣਾ 10 ਤੇ ਇਹ ਬਣ ਗਿਆ 5 ਗੁਣਾ 10, ਮਤਲਬ ਇੱਕ ਕੋਣ ਆ ਗਿਆ ਜੀ 40 ਡਿਗਰੀ ਦਾ ਤੇ ਇੱਕ ਕੋਣ ਆ ਗਿਆ ਜੀ 50 ਡਿਗਰੀ ਦਾ, ਜੋ ਕਿ ਸਾਡਾ ਕੀ ਹੈ, ਆਨਸਰ ਹੈ। ਦੇਖੋ ਕੋਈ ਵਰਡਿੰਗ ਨਹੀਂ, ਕੋਈ ਕੁਛ ਨਹੀਂ, ਬਸ ਤੁਸੀਂ ਇਹ ਯਾਦ ਰੱਖੋ ਕਿ ਜਦੋਂ ਵੀ ਕੋਈ ਕੋਣ ਅਨੁਪਾਤ ਵੀ ਦਿੱਤੇ ਹੁੰਦੇ ਨੇ ਅਸੀਂ ਉਹਨਾਂ ਨਾਲ x ਲਗਾ ਕੇ ਉਹਨੂੰ ਵੱਖਰਾ ਵੱਖਰਾ ਕਰਦੇ ਨੇ, ਫਿਰ ਦੇਖਦੇ ਹਾਂ ਕਿ ਉਹ ਪੂਰਕ ਹੈ ਜਾਂ ਸੰਪੂਰਕ ਹੈ। ਜੇ ਪੂਰਕ ਹੈਗੇ ਤਾਂ ਆਪਾਂ ਜੋੜ ਕਰਕੇ ਕਿਹਦੇ ਬਰਾਬਰ ਰੱਖਾਂਗੇ, 90 ਦੇ, ਤੇ ਫਿਰ ਇਹਨੂੰ ਜੋੜਿਆ, 9 ਨਾਲ ਭਾਗ ਕੀਤੀ 10 ਆ ਗਿਆ। ਜੋ ਵੀ x ਦਾ ਮੁੱਲ ਆਇਆ ਉਹਨੂੰ ਇੱਥੇ ਲਿਖਣਾ, ਆਪਾਂ 4 ਦੇ ਨਾਲ ਗੁਣਾ ਕਰਨੀ ਹੈ, 4 ਗੁਣਾ 10, 5 ਗੁਣਾ 10, 40 ਤੇ 50 ਸਾਡਾ ਆਨਸਰ ਆ ਗਿਆ। ਤੇ ਮੈਨੂੰ ਉਮੀਦ ਹੈ ਤੁਹਾਨੂੰ ਬਹੁਤ ਸੌਖੇ ਢੰਗ ਨਾਲ ਸਮਝਾਇਆ ਮੈਂ, ਤੇ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ। ਤੁਸੀਂ ਇੱਕ ਵਾਰੀ ਪ੍ਰੈਕਟਿਸ ਕਰਨੀ ਹੈ ਬਸ, ਤੇ ਤੁਹਾਨੂੰ ਸਵਾਲ ਤਿਆਰ ਹੋ ਜਾਏਗਾ। ਇਸੇ ਤਰ੍ਹਾਂ ਆਪਾਂ ਦੂਜਾ ਕੁਐਸਚਨ ਕਰਨ ਲੱਗੇ ਹਾਂ, ਧਿਆਨ ਨਾਲ ਦੇਖਿਓ। ਲਓ ਜੀ, ਹੁਣ ਦੂਜਾ ਕੁਐਸਚਨ ਵੀ ਸੇਮ ਹੀ ਹੈ। ਦੋ ਸੰਪੂਰਕ ਕੋਣ 5:13 ਵਿੱਚ ਹਨ, ਕੋਣ ਪਤਾ ਕਰੋ। ਤੇ ਸਪਲੀਮੈਂਟਰੀ ਐਂਗਲਸ ਆਰ ਇਨ ਰੇਸ਼ੋ 5:13, ਫਾਈਂਡ ਦੀ ਐਂਗਲ। ਸੇਮ ਉਸੇ ਤਰੀਕੇ ਨਾਲ ਸਾਨੂੰ ਅੱਜ ਐਂਗਲ ਦਿੱਤਾ ਹੈ 5:13 ਦੇ ਵਿੱਚ, ਤੇ ਅਸੀਂ ਕੀ ਕਰਾਂਗੇ, ਪਹਿਲੇ ਨੂੰ 5x ਮੰਨ ਲਾਂਗੇ, ਦੂਜੇ ਨੂੰ 13x ਮੰਨ ਲਾਂਗੇ। ਕਿਉਂਕਿ ਇਹ ਇੱਕ ਸੰਪੂਰਕ ਕੋਣਾਂ ਦਾ ਜੋੜ ਹੈ ਤਾਂ ਇਹਨਾਂ ਦਾ ਜੋੜ ਰੱਖਾਂਗੇ ਕਿਹਦੇ ਬਰਾਬਰ, 5x ਤੇ ਜੋੜ ਪਾ ਕੇ 13x ਕਿਹਦੇ ਬਰਾਬਰ ਰੱਖਾਂਗੇ ਆਪਾਂ, ਸੰਪੂਰਕ ਮਤਲਬ 180 ਦੇ ਬਰਾਬਰ। ਇਹਨਾਂ ਨੂੰ ਜੋੜ ਕੀਤਾ ਤਾਂ ਸਾਡੇ ਕੋਲ ਆ ਗਿਆ 13 ਤੇ 5 18x ਬਰਾਬਰ 180। ਹੁਣ 18 ਉੱਥੇ ਜਾ ਕੇ ਕੀ ਕਰੇਗਾ ਬੇਟਾ ਜੀ, ਭਾਗ ਕਰੇਗਾ, ਵੈਰੀ ਗੁੱਡ, 180/18 ਆ ਗਿਆ। 18 ਦਾ ਆਇਆ 180 ਹੁੰਦਾ ਹੈ, ਇਹਦਾ ਮਤਲਬ x ਦਾ ਮੁੱਲ ਫੇਰ ਸਾਡੇ ਕੋਲ ਇਸ ਸਵਾਲ ਦੇ ਵਿੱਚ 10 ਹੀ ਆ ਗਿਆ ਹੈ। ਤੇ ਹੁਣ ਆਪਾਂ ਵਾਪਸ ਆਪਣੇ ਉੱਥੇ ਹੀ ਆ ਜਾਵਾਂਗੇ, ਜਿਹੜਾ ਕੁਐਸਚਨ ਕੀਤਾ ਸੀਗਾ ਸਾਡੇ ਕੋਲ, ਅਸੀਂ ਮੰਗਿਆ ਸੀ 5x ਤੇ 13x। ਹੁਣ 5 ਨੂੰ ਕਿੰਨਾ ਗੁਣਾ ਕਰਾਂਗੇ, x ਦੀ ਵੈਲਿਊ ਆਈ ਹੈ 10 ਨਾਲ, 13 ਨੂੰ ਵੀ ਕਿੰਨਾ ਗੁਣਾ ਕਰਾਂਗੇ, 10 ਨਾਲ। ਇਹਦਾ ਮਤਲਬ ਸਾਡਾ ਆਨਸਰ ਆ ਗਿਆ ਪਹਿਲਾ ਕੋਣ 50 ਡਿਗਰੀ ਦਾ ਤੇ ਦੂਜਾ ਕੋਣ 130 ਡਿਗਰੀ ਦਾ, ਜੋ ਕਿ ਸਾਡਾ ਆਨਸਰ ਹੋਏਗਾ। ਦੋਨੇ ਹੀ ਕੁਐਸਚਨਸ ਬਹੁਤ ਹੀ ਸੌਖੇ ਢੰਗ ਨਾਲ ਸਮਝਾਏ ਤੁਹਾਨੂੰ, ਉਮੀਦ ਹੈ ਸਮਝ ਆਏ ਹੋਣਗੇ। ਹੁਣ ਆਪਾਂ ਤੀਜੇ ਕੁਐਸਚਨ ਵੱਲ ਚੱਲਦੇ ਹਾਂ। ਤੀਜਾ ਕੁਐਸਚਨ ਦੇਖੋ ਜੀ, ਕਹਿੰਦਾ ਦਿੱਤੇ ਚਿੱਤਰ ਵਿੱਚ AOB ਇੱਕ ਸਰਲ ਰੇਖਾ ਹੈ। ਰੇਖਾ ਬਣ ਗਈ ਜੀ, AOC ਦਾ ਮਾਪ, AOC ਮਤਲਬ ਇੱਥੇ ਆਪਾਂ x ਲਿਖ ਦੇਂਗੇ ਜੋ ਪਤਾ ਕਰਨਾ ਆ। ਹੁਣ ਤੁਹਾਨੂੰ ਮੈਂ ਦੱਸਿਆ ਸੀ ਕਿ ਰੇਖੀ ਜੋੜਾ ਹੁੰਦਾ ਹੈ ਨਾ, ਇੱਕ ਲਾਈਨ ਦੇ ਉੱਪਰ ਜਦੋਂ ਇੱਕ ਦੋ ਕੋਣ ਬਣਦੇ ਨੇ ਇਹਨੂੰ ਆਪਾਂ ਬੋਲਦੇ ਹਾਂ ਰੇਖੀ ਜੋੜਾ। ਤੇ ਦੋਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, ਵੈਰੀ ਗੁੱਡ, 180। ਇਹਦਾ ਮਤਲਬ ਆਪਾਂ ਸਿੱਧਾ ਕੁਐਸਚਨ ਸ਼ੁਰੂ ਕਰਾਂਗੇ ਕਿ ਜੀ x ਤੇ 50 ਦਾ ਜੋੜ ਸਾਡਾ ਜਿਹੜਾ ਹੈ ਕਿਹਦੇ ਬਰਾਬਰ ਹੈ, 180 ਡਿਗਰੀ ਦੇ ਬਰਾਬਰ ਹੈ। ਤੇ 50 ਇੱਥੇ ਪਲੱਸ ਕਰ ਰਿਹਾ, ਜੇ 50 ਪਲੱਸ ਹੋ ਰਿਹਾ ਤਾਂ ਉੱਧਰ 180 ਦੇ ਕੋਲ ਜਾ ਕੇ ਕੀ ਕਰੇਗਾ, ਮਾਈਨਸ ਕਰੇਗਾ, ਘਟਾਓ ਕਰੇਗਾ। ਇਹਦਾ ਮਤਲਬ x ਦੀ ਵੈਲਿਊ ਆ ਗਈ 180 ਚੋਂ 50 ਘਟਾ ਕੇ 130 ਡਿਗਰੀ, ਜੋ ਕਿ ਸਾਡਾ ਇਸ ਸਵਾਲ ਦਾ ਆਨਸਰ ਹੋਏਗਾ। 3 ਲਾਈਨਾਂ ਦੇ ਵਿੱਚ ਹੀ ਕੁਐਸਚਨ ਕੰਪਲੀਟ ਕਰ ਦਿੱਤਾ ਹੈ। ਦੇਖੋ ਇਸ ਤੋਂ ਸੌਖਾ ਨਹੀਂ ਹੋ ਸਕਦਾ। ਯਾਦ ਬਸ ਇਹ ਰੱਖਣਾ ਹੈ ਕਿ ਜਦੋਂ ਵੀ ਰੇਖੀ ਜੋੜਾ ਬਣਿਆ ਆਏਗਾ ਤਾਂ ਤੁਸੀਂ ਉਹਨਾਂ ਦੋਨਾਂ ਕੋਣਾਂ ਨੂੰ ਜੋੜ ਕੇ ਕਿਹਦੇ ਬਰਾਬਰ ਰੱਖਣਾ ਹੈ, 180 ਦੇ ਬਰਾਬਰ ਰੱਖਣਾ ਹੈ। 3 ਕੁਐਸਚਨ 2-2 ਨੰਬਰ ਵਾਲੇ ਆਪਾਂ ਕੰਪਲੀਟ ਕਰ ਚੁੱਕੇ ਹਾਂ। ਚੌਥੇ ਕੁਐਸਚਨ ਵੱਲ ਦੇਖੋ ਧਿਆਨ ਨਾਲ। ਦੇਖੋ ਜੀ, ਚੌਥੇ ਕੁਐਸਚਨ ਦੇ ਵਿੱਚ ਵੀ ਰੇਖੀ ਜੋੜਾ ਹੀ ਆਇਆ ਹੈ, ਇਸ ਕਰਕੇ ਸੇਮ ਸਵਾਲ ਹੈ। ਕੀ ਲਿਖੋਗੇ ਤੁਸੀਂ ਆਪਣੇ ਆਪ ਕਰਕੇ ਦੇਖ ਸਕਦੇ ਹੋ, ਵੀਡੀਓ ਨੂੰ ਪੌਜ਼ ਕਰੋ ਤੇ ਆਪਣੇ ਆਪ ਇਸ ਕੁਐਸਚਨ ਨੂੰ ਹੱਲ ਕਰਕੇ x ਦੀ ਵੈਲਿਊ ਕੱਢੋ। ਉਸ ਤੋਂ ਬਾਅਦ ਵੀਡੀਓ ਨੂੰ ਪੌਜ਼ ਨੂੰ ਹਟਾ ਕੇ ਚੈੱਕ ਕਰੋ ਕਿ ਤੁਸੀਂ ਸਹੀ ਕੀਤਾ ਸੀ ਜਾਂ ਗਲਤ ਕੀਤਾ ਸੀ। ਤਾਂ ਉਮੀਦ ਹੈ ਤੁਸੀਂ ਹੁਣ ਪੌਜ਼ ਕਰਕੇ ਦੇਖ ਚੁੱਕੇ ਹੋ, ਆਪਣਾ ਸਵਾਲ ਕੱਢ ਚੁੱਕੇ ਹੋ। ਤੇ ਹੁਣ ਮੈਂ ਸਵਾਲ ਕਰਕੇ ਦਿਖਾ ਰਿਹਾ, ਆਪਾਂ ਕੀ ਲਿਖਾਂਗੇ, 125 ਜਮਾ x ਦੋਨੇ ਕੋਣਾਂ ਦਾ ਜੋੜ, ਵਿਚਕਾਰ ਪਲੱਸ ਪਾਉਣਾ ਬਸ, ਬਰਾਬਰ ਕਿਹਦੇ ਰੱਖਣਾ ਆਪਾਂ, 180 ਦੇ। ਤੇ x ਨੇ ਆਪਣੇ ਘਰੇ ਰਹਿਣਾ ਹੈ, ਬਰਾਬਰ 180 ਦੇ ਕੋਲ ਕੌਣ ਜਾ ਰਿਹਾ, ਹੁਣ 125 ਇੱਧਰ ਆ ਰਿਹਾ ਤੇ 125 ਦੇ ਮੂਹਰੇ ਪਲੱਸ ਹੈ, ਇੱਥੇ ਆਏਗਾ ਜੀ ਮਾਈਨਸ। 180 ਦੇ ਵਿੱਚੋਂ 125 ਨੂੰ ਘਟਾਇਆ ਤਾਂ ਸਾਡੇ ਕੋਲ ਆ ਗਿਆ 55 ਡਿਗਰੀ। ਤੇ ਇਸ ਤਰ੍ਹਾਂ ਦੇਖੋ 3 ਲਾਈਨਾਂ ਦੇ ਵਿੱਚ ਅਸੀਂ ਫਿਰ ਇੱਕ ਹੋਰ ਕੁਐਸਚਨ ਨੂੰ ਕੰਪਲੀਟ ਕਰ ਲਿਆ। ਉਮੀਦ ਹੈ ਤੁਹਾਨੂੰ ਸਮਝ ਆ ਰਿਹਾ, ਰੇਖੀ ਜੋੜੇ ਦਾ ਕੰਸੈਪਟ ਵਧੀਆ ਤਰੀਕੇ ਨਾਲ ਸਮਝ ਆ ਚੁੱਕਾ ਹੈ। ਹੁਣ ਆਪਾਂ 5ਵੇਂ ਕੁਐਸਚਨ ਵੱਲ ਚੱਲਦੇ ਹਾਂ।
ਪੰਜਵਾਂ ਕੁਐਸਚਨ ਦੇਖੋ ਜੀ ਤੁਹਾਡੇ ਸਾਹਮਣੇ ਹੈ। ਦੋ ਕਾਟਵੀਂ ਰੇਖਾ ਬਣਾਈਆਂ ਗਈਆਂ ਤੇ ਤੁਹਾਨੂੰ ਯਾਦ ਹੋਏਗਾ ਦੋ ਕਾਟਵੀਂ ਰੇਖਾ ਵਾਲਾ ਮੈਂ ਦੱਸਿਆ ਸੀਗਾ ਕਿ ਆਮਣੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ, ਜਿਨ੍ਹਾਂ ਦਾ ਕਾਰਨ ਹੁੰਦਾ ਹੈ ਸਿਖਰ ਸਨਮੁਖ ਕੋਣ। ਵੈਰੀ ਗੁੱਡ। ਤੇ ਫਿਰ ਤੇ ਕੁਐਸਚਨ ਖਤਮ ਵੀ ਹੋ ਗਿਆ, ਕਿਉਂਕਿ x ਦੇ ਸਾਹਮਣੇ 50 ਹੈ, ਇਸ ਕਰਕੇ x ਕਿਹਦੇ ਬਰਾਬਰ ਹੋਏਗਾ 50 ਡਿਗਰੀ ਦੇ, ਔਰ ਕਿਉਂਕਿ y ਦੇ ਸਾਹਮਣੇ 130 ਹੈ, ਇਸ ਕਰਕੇ y ਕਿਹਦੇ ਬਰਾਬਰ ਹੋਏਗਾ 130 ਡਿਗਰੀ ਦੇ, ਜਿਸ ਦਾ ਕਾਰਨ ਕੀ ਹੋਏਗਾ ਸਿਖਰ ਸਨਮੁਖ ਕੋਣ, ਜਾਂ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ ਵਰਟੀਕਲੀ ਸਨਮੁਖ ਕੋਣ। ਬੇਟਾ ਵਰਟੀਕਲੀ ਓਪੋਜ਼ਿਟ ਐਂਗਲ ਵੀ ਲਿਖ ਸਕਦੇ ਨੇ, VOA ਪਾ ਕੇ ਵੀ ਲਿਖਿਆ ਜਾ ਸਕਦਾ ਹੈ। ਦੇਖੋ ਦੋ ਲਾਈਨਾਂ ਦੇ ਵਿੱਚ ਹੀ ਕੁਐਸਚਨ ਖਤਮ ਹੋ ਗਿਆ, ਪਰ ਕੰਡੀਸ਼ਨ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੋ ਕਾਟਵੀਆਂ ਰੇਖਾਵਾਂ ਬਣੀਆਂ ਹੋਣ ਤਾਂ ਆਮਣੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ। 5 ਕੁਐਸਚਨ ਕੰਪਲੀਟ ਹੋ ਚੁੱਕੇ ਨੇ। ਹੁਣ ਆਪਾਂ 6ਵੇਂ ਕੁਐਸਚਨ ਵੱਲ ਚੱਲਦੇ ਹਾਂ। ਬਹੁਤ ਹੀ ਸੌਖਾ ਕੁਐਸਚਨ। ਦਿੱਤੇ ਚਿੱਤਰ ਵਿੱਚ x ਦਾ ਮੁੱਲ ਪਤਾ ਕਰਨਾ ਹੈ, ਲੇਕਿਨ ਤੁਸੀਂ ਧਿਆਨ ਨਾਲ ਦੇਖੋ ਕੀ ਬਣ ਰਿਹਾ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ C ਬਣ ਜਾਵੇ, ਦੇਖੋ C ਬਣ ਰਿਹਾ ਤੁਹਾਡੇ ਸਾਹਮਣੇ, ਤਾਂ C ਬਣਨ 'ਤੇ ਤੁਹਾਨੂੰ ਕਿਹਾ ਸੀ ਅੰਦਰਲੇ ਕੋਣ ਬਰਾਬਰ ਨਹੀਂ ਹੁੰਦੇ, ਉਹਨਾਂ ਦਾ ਜੋੜ 180 ਹੁੰਦਾ ਹੈ। ਯਾਦ ਹੈ? ਇਹਦਾ ਮਤਲਬ ਕੀ ਲਿਖਾਂਗੇ ਅਸੀਂ 5x ਅਤੇ 4x ਨੂੰ ਜਮ੍ਹਾਂ ਕਰਾਂਗੇ, ਵਿਚਕਾਰ ਪਲੱਸ ਪਾਵਾਂਗੇ ਅਤੇ ਬਰਾਬਰ ਰੱਖਾਂਗੇ 180 ਦੇ, ਅਤੇ ਇਹਨਾਂ ਨੂੰ ਜੋੜ ਕਰਕੇ ਆਇਆ ਜੀ 9x ਬਰਾਬਰ ਕਿਹਦੇ ਆ ਗਿਆ ਜੀ 180 ਦੇ। ਅਤੇ x ਪਤਾ ਕਰਨ ਲਈ ਅਸੀਂ 180 ਨੂੰ 9 ਨਾਲ ਕਰਾਂਗੇ ਭਾਗ। ਜਦੋਂ 180 ਨੂੰ 9 ਨਾਲ ਭਾਗ ਕੀਤਾ ਤਾਂ ਸਾਡੇ ਕੋਲ ਆਂਸਰ ਆ ਗਿਆ ਜੀ 20। ਇਹਦਾ ਮਤਲਬ x ਦੀ ਵੈਲਿਊ ਸਾਡੀ ਆ ਗਈ ਹੈ ਜੀ 20। ਇਸ ਕੁਐਸਚਨ ਦਾ ਆਂਸਰ ਵੀ ਆ ਗਿਆ। ਕਿੰਨਾ ਹੀ ਸੌਖਾ ਸੀਗਾ। ਬਸ ਥੋੜ੍ਹੀ ਜਿਹੀ ਮੇਰੀ ਇਸ ਕੰਡੀਸ਼ਨ ਨੂੰ ਯਾਦ ਰੱਖਣਾ ਹੈ ਕਿ C ਦੇ ਵਿਚਕਾਰਲੇ ਕੋਣ ਜਿਹੜਾ ਨਾ ਉਹ ਉਹਨਾਂ ਦਾ ਜੋੜ 180 ਹੁੰਦਾ ਹੈ। ਇਸੇ ਤਰ੍ਹਾਂ ਹੁਣ ਆਪਾਂ 7ਵਾਂ ਕੁਐਸਚਨ ਕਰਨ ਲੱਗੇ ਹਾਂ। ਲਾਸਟ ਕੁਐਸਚਨ ਹੈ ਮੇਰਾ ਤੁਹਾਡੇ ਵੱਲੋਂ। ਹੁਣ ਧਿਆਨ ਨਾਲ ਦੇਖਿਓ, ਇਹ ਸਾਡੇ ਕੋਲ ਕੀ ਬਣ ਰਿਹਾ ਹੈ। ਇਹ ਸਾਡੇ ਕੋਲ ਬਣ ਰਿਹਾ ਹੈ, ਧਿਆਨ ਨਾਲ ਦੇਖਣਾ ਹੈ ਤੁਸੀਂ, ਇਹ ਸਾਡੇ ਕੋਲ Z ਬਣ ਗਿਆ। ਅਤੇ Z ਬਣਨ 'ਤੇ ਮੈਂ ਤੁਹਾਨੂੰ ਕਿਹਾ ਸੀ ਅੰਦਰਲੇ ਕੋਣ ਜਿਹੜੇ ਕਾਰਨਰ ਵਾਲੇ ਕੋਣ ਹੁੰਦੇ ਨੇ ਉਹ ਆਪਸ 'ਚ ਕੀ ਹੁੰਦੇ ਨੇ ਬਰਾਬਰ। ਵੈਰੀ ਗੁੱਡ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ। ਇਟ ਮੀਨਸ ਅਸੀਂ 3x - 40 ਨੂੰ ਕਿਹਦੇ ਬਰਾਬਰ ਰੱਖਾਂਗੇ, ਇਹਨੂੰ 110 ਦੇ ਬਰਾਬਰ ਰੱਖਾਂਗੇ। 180 ਵਾਲਾ ਕੰਮ ਨਹੀਂ ਕਰਨਾ। ਹੁਣ ਧਿਆਨ ਰੱਖਿਓ Z ਹੈ, Z ਦੇ ਅੰਦਰਲੇ ਕੋਣਾਂ ਨੂੰ ਬਰਾਬਰ ਰੱਖਣਾ ਆ। 40 ਮਾਈਨਸ ਦਾ ਉੱਧਰ ਭੇਜੋ, ਕੀ ਹੋ ਜਾਏਗਾ ਪਲੱਸ। ਇਹਦਾ ਮਤਲਬ 110 ਦੇ ਕੋਲ 40 ਪਲੱਸ ਹੁਣ ਚਲੇ ਗਏ, ਕਿੰਨੇ ਹੋ ਗਏ ਪਲੱਸ ਕਰਕੇ 150 ਡਿਗਰੀ। ਵੈਰੀ ਗੁੱਡ। ਇਹਦਾ ਮਤਲਬ ਹੁਣ 3 ਕੀ ਕਰੇਗਾ ਜਾ ਕੇ ਭਾਗ ਕਰੇਗਾ, ਅਤੇ 150 ਨੂੰ 3 ਨਾਲ ਭਾਗ ਕਰਨੀ ਸਾਰਿਆਂ ਨੂੰ ਆਉਂਦੀ ਹੈ, ਅਤੇ ਸਾਡੇ ਕੋਲ ਆਂਸਰ ਕਿੰਨਾ ਆ ਗਿਆ 50 ਡਿਗਰੀ। ਇਹਦਾ ਮਤਲਬ x ਦਾ ਆਂਸਰ ਸਾਡੇ ਕੋਲ ਆ ਗਿਆ 50, ਜੋ ਕਿ ਇਸ ਕੁਐਸਚਨ ਦਾ ਆਂਸਰ ਸੀਗਾ। ਅਤੇ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ 2 ਨੰਬਰ ਵਾਲੇ ਕੁਐਸਚਨ ਸਮਝਾਏ ਨੇ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ 1 ਨੰਬਰ ਵਾਲੇ ਅਤੇ 2 ਨੰਬਰ ਵਾਲੇ ਕੁਐਸਚਨਸ ਇਹਨਾਂ ਵਿੱਚੋਂ ਹੀ ਆਉਣਗੇ। ਜੇਕਰ ਇਸ ਤੋਂ ਇਲਾਵਾ ਕੋਈ ਹੋਰ ਵੀਡੀਓ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਸ ਨੰਬਰ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ। ਕਿਸੇ ਵੀ ਚੈਪਟਰ ਦੀ ਵੀਡੀਓ ਮੰਗਾ ਸਕਦੇ ਹੋ। 6ਵੀਂ ਤੋਂ ਲੈ ਕੇ 10ਵੀਂ ਤੱਕ ਸਾਰੇ ਮੈਥ ਵਿਸ਼ੇ ਦੀ ਹਰ ਇੱਕ ਚੈਪਟਰ ਦੀ ਹਰ ਇੱਕ ਐਕਸਰਸਾਈਜ਼ ਦੀ ਵੀਡੀਓ ਮੇਰੇ ਚੈਨਲ 'ਤੇ ਅਵੇਲੇਬਲ ਹੈ। ਤੁਸੀਂ ਖੁਦ ਜਾ ਕੇ ਵੀ ਦੇਖ ਸਕਦੇ ਹੋ, ਅਤੇ ਜੇ ਤੁਹਾਨੂੰ ਨਹੀਂ ਲੱਭਦੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਮੰਗਵਾ ਸਕਦੇ ਹੋ। ਅਤੇ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਵੀਡੀਓ ਨੂੰ, ਅਤੇ ਨਾਲ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਲਾਈਕ ਜ਼ਰੂਰ ਕਰਨਾ ਇਸ ਵੀਡੀਓ ਨੂੰ ਜੇਕਰ ਤੁਹਾਨੂੰ ਵਧੀਆ ਲੱਗੇ।